ਕੀ ਤੁਸੀਂ ਆਪਣੀ ਕੈਨੇਡਾ ਜਾਣ ਵਾਸਤੇ ਪਰਮਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਲਗਾਈ ਹੋਈ ਹੈ? ਕੀ ਤੁਸੀਂ ਕੈਨੇਡਾ ਪੱਕੇ ਤੌਰ ਤੇ ਜਾਣਾ ਚਾਹੋ? ਅੱਜ 6 ਮਹੀਨੇ ਸਾਲ ਹੋ ਚੁੱਕਾ ਹੈ, CRS ਸਕੋਰ ਨਹੀਂ ਆ ਰਿਹਾ ਜੋ ਤੁਹਾਡੀ ਪ੍ਰੋਫਾਈਲ ਦਾ ਹੈ। ਸਕੋਰ ਬਹੁਤ ਜ਼ਿਆਦਾ ਹਾਈ ਆ ਰਿਹਾ। ਕਿਸ ਤਰੀਕੇ ਦੇ ਨਾਲ CRS ਸਕੋਰ ਨੂੰ ਇੰਪਰੂਵ ਕਰੀਏ? ਹੁਣੇ ਫੋਨ ਚੱਕੋ, ਕਾਲ ਕਰੋ ਤੇ ਸੈਮੀਨਾਰ ਦਾ ਹਿੱਸਾ ਬਣੋ। बहुत बहुत स्वागत है जी। मैं हाँ हरजोत कौर, तुसीं वेख रहे हो तुहाडा अपना मनपसंद इमीग्रेशन शो उडारी विदेशां नूं। सो अज दे शो विच आपां UK नूं लैके कई खास गल्लां तुहाडे नाल सांझीआं करांगे। कैनेडा नूं लैके भी प्रोसैसिंग टाइम किवें दा चल रहा है, किस तरह दे रिजल्ट्स आ रहे ने और किस तरह दी पॉसिबिलिटीज़ अग्गों भी आपां देख सकदे हां। सो अज दी सारी गलबात लई, सारी इन्फॉर्मेशन तुहाडे नाल शेयर करन लई साडे नाल स्टूडियो विच मौजूद ने जी ESS ग्लोबल तो वीज़ा एक्सपर्ट मिस्टर रोहित सेठी जी। बहुत बहुत स्वागत है सर, सत श्री अकाल। थैंक यू वेरी मच जी। साडे नाल जुड़े सारे दर्शकों नूं मेरे वालों ते ESS दी पूरी टीम वालों प्यार भरे सत श्री अकाल जी। सो पहला गल अगर आप UK दी कर लईए तां बहुत सारे सवाल स्टूडेंट्स दे सानू ये ने कि की और जो असीं खुद भी पूछना चाहांगे तुहाडे तो कि की लगदा है आने वाले टाइम तक स्पाउस वीज़ा नू लैके या वर्क परमिट नू लैके रूल्स चेंज हो जाणगे? सैप्टेंबर इनटेक विच किस तरह दी पॉसिबिलिटीज़ नज़र आ रही हैं? देखो, जिहड़ा मेरा कैलकुलेशन है या मेरा होमवर्क है, 2 इनटेक UK हजे बड़ा पावरफुली चलेगा। ਜਿਹੜੇ ਚੇਂजेस ਆने ਸੀ ਜਾਂ ਆਉਣ ਦੀ ਉਮੀਦ ਸੀਗੀ ਉਹ ਅਪ੍ਰੈਲ ਤੱਕ ਹੁੰਦੀ ਹੈ। ਬੇਸਿਕਲੀ ਚੇਂजेस ਆ ਜਾਣਗੇ। ਅਗਲਾ ਚੇਂਜ ਜਿਹੜਾ ਹੁੰਦਾ ਉਹ ਅਕਤੂਬਰ 'ਚ ਹੋਏਗਾ। ਅਪ੍ਰੈਲ ਦੇ ਵਿੱਚ ਕੋਈ ਅਨਾਉਂਸਮੈਂਟ ਨਹੀਂ ਹੋਇਆ। ਹਾਲਾਂਕਿ ਥੋੜਾ ਉਲਟਾ ਹੋਇਆ। ਬ੍ਰਿਟਿਸ਼ ਕਾਉਂਸਲ ਨੇ, ਬ੍ਰਿਟਿਸ਼ ਐਜੂਕੇਸ਼ਨ ਨੇ ਦਿੱਲੀ ਵਿੱਚ ਆਪਣੇ ਏਜੰਟਸ ਨੂੰ ਬੁਲਾ ਕੇ ਇਹ ਬੜਾ ਕਲੀਅਰਲੀ ਕਹਿਤਾ, ਅਸੀਂ ਨਾ ਤਾਂ ਸਪਾਊਸ ਵਾਲੇ ਰੈਗੂਲੇਸ਼ਨ ਚੇਂਜ ਕਰਨ ਲੱਗੇ ਹਾਂ, ਨਾ ਹੀ ਕੋਈ PGWP ਦਾ ਰੈਗੂਲੇਸ਼ਨ ਚੇਂਜ ਕਰਨ ਲੱਗੇ ਹਾਂ ਫॉर ਇੰਡੀਅਨ ਮਾਰਕੀਟ ਐਜ਼ ਆਫ ਨਾਓ। ਅਕਤੂਬਰ ਦੇ ਵਿੱਚ ਕੀ ਹਾਲਾਤ ਹੋਣਗੇ ਉਹ ਸੈਪਟੈਂਬਰ ਇਨਟੇਕ ਦੱਸੇਗਾ। ਬਟ ਇੱਕ ਚੀਜ਼ ਬਿਲਕੁਲ ਤੈਅ ਹੈ, UK ਦੀ ਪੋਪੂਲੈਰਿਟੀ ਵੱਧਦੀ ਜਾ ਰਹੀ ਹੈ। ਫਿਰ ਚਾਹੇ ਉਹਦਾ ਰੀਜ਼ਨ ਕੈਨੇਡਾ ਤੋਂ ਰਿਜੈਕਸ਼ਨ ਹੋਵੇ ਜਾਂ ਕੋਈ ਹੋਰ ਫੈਕਟਰ ਹੋਵੇ, ਸਪਾਊਸ ਦਾ ਇਕੱਠੇ ਜਾਣ ਦਾ, ਜਦੋਂ ਆਸਟ੍ਰੇਲੀਆ ਦੇ ਵਿੱਚ ਕੁਆਲੀਫਾਈ ਨਹੀਂ ਕਰਦਾ ਤਾਂ UK ਦੇ ਨੰਬਰ ਐਵਰੀ ਮੰਥ ਮਲਟੀਪਲਾਈ ਹੁੰਦੇ ਪਏ ਨੇ ਫॉर ਸੈਪਟੈਂਬਰ ਇਨਟੇਕ। ਸੈਪਟੈਂਬਰ ਸਭ ਤੋਂ ਵੱਡਾ ਇਨਟੇਕ ਹੁੰਦਾ ਹੈ। ਫਿਰ ਚਾਹੇ ਤੁਸੀਂ ਅਕਾਊਂਟਸ ਪ੍ਰੋਫਾਈਲ ਤੋਂ ਹੋ, BA ਪ੍ਰੋਫਾਈਲ ਤੋਂ ਹੋ, ਨਰਸਿੰਗ ਕੀਤੀ ਹੈ, ਟੀਚਿੰਗ ਕੀਤੀ ਹੈ, whichever profile you belong to, ਤੁਹਾਨੂੰ ਸਾਰੇ ਕੋਰਸਿਸ ਮਿਲਦੇ ਨੇ ਸੈਪਟੈਂਬਰ ਇਨਟੇਕ ਦੇ ਵਿੱਚ। ਤੇ ਇਸੇ ਕਰਕੇ ਯੂਨੀਵਰਸਿਟੀਜ਼ ਨੇ ਆਪਣੇ ਡੈਡਲਾਈਨ ਫਿਕਸ ਕਰਤੇ ਨੇ। ਕੋਈ ਯੂਨੀਵਰਸਿਟੀ ਜੁਲਾਈ ਤੱਕ ਐਪਲੀਕੇਸ਼ਨ ਲੈ ਰਿਹਾ, ਕੋਈ ਅਗਸਤ 15 ਤੱਕ ਲਏਗਾ, ਕੋਈ ਜੂਨ ਦੇ ਵਿੱਚ ਹੀ ਖਤਮ ਕਰਦਾ ਪਿਆ ਡਿਊ ਟੂ ਦਾ ਪੋਪੂਲੈਰਿਟੀ। ਕਿਉਂਕਿ ਲਾਸਟ ਇਨਟੇਕ ਦੇ ਵਿੱਚ ਯੂਨੀਵਰਸਿਟੀਜ਼ ਨੇ ਗਲਤੀ ਕੀ ਕੀਤੀ ਸੀਗੀ, ਆਫਰ ਦਿੱਤੇ, ਡਿਪੋਜ਼ਿਟ ਲਿੱਤੇ, ਕੈਸ਼ ਟਾਈਮ ਸਿਰ ਨਹੀਂ ਦੇ ਪਾਏ। ਕੈਸ਼ ਦਾ ਇੱਕ ਪ੍ਰੋਸੈਸ ਹੁੰਦਾ, ਜੇ ਟਾਈਮ ਸਿਰ ਡਿਲੀਵਰੀ ਨਹੀਂ ਹੋਏਗੀ ਤਾਂ ਬਹੁਤ ਸਾਰੇ ਬੱਚਿਆਂ ਨੂੰ ਆਪਣੀ ਐਪਲੀਕੇਸ਼ਨ ਸੁਪਰ ਪ੍ਰਾਇਰਟੀ ਦੇ ਵਿੱਚ, ਜਿਹੜੀ ਕਿ 1.25 ਲੱਖ ਰੁਪਏ ਕੋਸਟ ਕਰਦੀ ਹੈ ਇੱਕ ਐਮਬੈਸੀ ਫੀ, ਉਹਦੇ ਵਿੱਚ ਲਾਣੀ ਪਈ ਖੜੇ ਪੈਰ। ਤਾਂ ਯੂਨੀਵਰਸਿਟੀਜ਼ ਨੇ ਉਹ ਅੰਡਰਸਟੈਂਡ ਕੀਤਾ ਤੇ ਅੱਜ ਆਪਣੀ ਡੈਡਲਾਈਨਾਂ ਪਹਿਲਾਂ ਹੀ ਏਜੰਟਸ ਨੂੰ ਡਿਕਟੇਟ ਕਰਨੀਆਂ ਸ਼ੁਰੂ ਕਰਤੀਆਂ ਵੀ ਇਸ ਡੇਟ ਤੱਕ ਕੈਸ਼ ਦੀ ਐਪਲੀਕੇਸ਼ਨ ਔਰ ਇਸ ਡੇਟ ਤੱਕ ਫਰੈਸ਼ ਐਪਲੀਕੇਸ਼ਨ ਭੇਜੋ ਤਾਂ ਕਿ ਟਾਈਮ ਸਿਰ ਹੀ ਅਸੀਂ ਇਨਟੇਕ ਨੂੰ ਰੈਪ ਅਪ ਕਰ ਸਕੀਏ। ਜੀ ਜੀ ਜੀ, ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ। ਇੱਥੇ ਮੈਂ ਗੱਲ ਕਰਾਂ ਤਾਂ ਜਿਹੜੀ ਇੰਟਰਵਿਊ ਸਟਾਰਟ ਹੋਈਆਂ ਸੀ, ਅਸੀਂ ਦੇਖਿਆ ਕਿ ਕਈ ਬਹੁਤ ਚੰਗੀਆਂ ਪ੍ਰੋਫਾਈਲ ਸੀਗੀਆਂ, ਅਕੈਡਮਿਕ ਉਹਨਾਂ ਦੀ ਪਰਸੈਂਟੇਜ ਵੀ ਅੱਛੀ ਸੀ, ਆਇਲ ਸਕੋਰ ਵੀ ਚੰਗਾ ਸੀ, ਪਰ ਇੰਟਰਵਿਊ ਸਹੀ ਢੰਗ ਨਾਲ ਕਲੀਅਰ ਨਹੀਂ ਕਰ ਸਕੇ, ਜਿਸ ਕਰਕੇ ਉਹਨਾਂ ਨੂੰ ਰਿਜੈਕਸ਼ਨ ਫੇਸ ਕਰਨੀ ਪਈ ਹੈ। ਤਾਂ ਮੈਂ ਜ਼ਰੂਰ ਚਾਹੂੰਗੀ ਤੁਹਾਡੇ ਤੋਂ, ਤਾਂ ਕਿ ਸਟੂਡੈਂਟਸ ਨੂੰ ਤੁਸੀਂ ਸਮਝਾ ਸਕੋ ਕਿ ਇੰਟਰਵਿਊ ਦੇ ਉੱਪਰ ਫੋਕਸ ਕਰਨਾ ਤਾਂ ਕਿਸ ਤਰ੍ਹਾਂ ਦੀ ਤਿਆਰੀ ਸਟੂਡੈਂਟਸ ਦੀ ਹੋਣੀ ਚਾਹੀਦੀ ਹੈ, ਕਿਹੜੀ ਗੱਲਾਂ ਤੇ ਉਹਨਾਂ ਨੂੰ ਧਿਆਨ ਜ਼ਰੂਰ ਦੇਣਾ ਚਾਹੀਦਾ? ਦੇਖੋ, ਸਭ ਤੋਂ ਪਹਿਲਾਂ ਤਾਂ ਐਕਸੈਪਟ ਕਰਨਾ ਹੈ ਇਹ ਜਿਹੜਾ ਇੰਟਰਵਿਊ ਹੈ ਇਹ ਪ੍ਰੋਸੈਸ ਦਾ ਹਿੱਸਾ ਹੈ ਜੀ। ਉਹਦਾ ਸਵਾਲ ਆਉਂਦਾ ਨਾ, ਇੰਟਰਵਿਊ ਸ਼ੁਰੂ ਹੋ ਗਏ, ਲੈਣੇ ਸ਼ੁਰੂ ਹੋ ਗਏ, ਉਹ ਬਾਈ ਚੋਇਸ ਨਹੀਂ ਲੈਂਦੇ। ਬਟ ਉਦੋਂ ਹੈਰਾਨੀ ਵੀ ਨਹੀਂ ਹੋਣੀ ਚਾਹੀਦੀ ਜਦ ਇੰਟਰਵਿਊ ਆਉਣੇ ਸ਼ੁਰੂ ਹੋ ਜਾਂਦੇ ਨੇ, ਕਿਉਂਕਿ ਅੰਬੈਸੀ ਦਾ ਪ੍ਰੋਸੈਸ ਦਾ ਹਿੱਸਾ ਹੈਗਾ। ਐਂਡ ਇੰਟਰਵਿਊ ਨੂੰ ਲੋਕੀ ਡਰ ਕੇ ਲੈ ਕੇ ਚੱਲਦੇ ਨੇ, ਪਰ ਮੇਰੇ ਹਿਸਾਬ ਨਾਲ ਇੰਟਰਵਿਊ ਇੱਕ ਮੌਕਾ ਹੈ। ਮੌਕਾ ਕਿਸ ਚੀਜ਼ ਦਾ? ਹਾਈ ਕਮਿਸ਼ਨ ਨੂੰ 1% ਡਾਊਟ ਹੈ ਸ਼ਾਇਦ ਜਿਹੜਾ ਉਹ ਸੋਚ ਰਿਹਾ ਉਹ ਗਲਤ ਹੋ ਸਕਦਾ ਕਾਗਜ਼ਾਂ ਦੇ ਉੱਤੇ। ਉਹਨੇ ਤੁਹਾਨੂੰ ਰਿਜੈਕਸ਼ਨ ਦੇਣ ਤੋਂ ਪਹਿਲਾਂ ਇੱਕ ਵਾਰ ਤੁਹਾਡੇ ਨਾਲ ਮੁਲਾਕਾਤ ਜ਼ਰੂਰੀ ਸਮਝੀ। ਇੰਟਰਵਿਊ ਨੂੰ ਇੱਕ ਓਪਰਚੁਨਿਟੀ ਲਈ ਇੱਕ ਤਰ੍ਹਾਂ ਟਰੀਟ ਕੀਤਾ ਜਾਵੇ ਵੀ ਅੰਬੈਸੀ ਨੇ ਜੇ ਮੇਰਾ ਇੰਟਰਵਿਊ ਕਾਲ ਕੀਤਾ ਹੈ, ਦੈਟ ਮੀਨ ਮੇਰਾ ਚਾਂਸ ਹੈਗਾ ਵੀਜ਼ੇ ਦਾ। ਬਟ ਆਪਾਂ ਦਿਮਾਗ 'ਚ ਕੀ ਲੈ ਕੇ ਚੱਲਦੇ ਹਾਂ, ਓਹੋ ਮੇਰਾ ਇੰਟਰਵਿਊ ਆ ਗਿਆ, ਪਤਾ ਨਹੀਂ ਕੀ ਲੱਭ ਲਿਆ ਮੇਰੀ ਫਾਈਲ 'ਚੋਂ। ਇੱਕ ਡਰ ਬੈਠਿਆ ਹੁੰਦਾ ਹੈ। ਪਲੱਸ ਸੈਕਿੰਡ ਜਿਹੜਾ ਇੰਟਰਵਿਊ ਦਾ ਕੰਸੈਪਟ ਹੈ ਉਹ ਸ਼ਾਇਦ ਰਿਟਰਨ ਵਾਲੇ ਮੋਡਿਊਲ 'ਤੇ ਜ਼ਿਆਦਾ ਹੈ ਵੀ ਇਹਨੂੰ ਇੰਗਲਿਸ਼ ਦਾ ਪੇਪਰ ਜ਼ਿਆਦਾ ਬਣਾ ਦਿੱਤਾ ਜਾਂਦਾ ਹੈ। ਉਹ ਇੰਗਲਿਸ਼ ਦਾ ਪੇਪਰ ਆਪਣਾ ਸਟੂਡੈਂਟ ਜਿਹੜਾ ਹੈ ਉਹਨੂੰ ਰੱਟਣ ਦੀ ਕੋਸ਼ਿਸ਼ ਕਰਦਾ ਕਿਉਂਕਿ ਫਾਰਮੂਲੇਸ਼ਨ ਨਹੀਂ ਬਣਾ ਪਾਉਂਦਾ। ਇਹਦੇ ਵਾਸਤੇ ਨਾ 3 ਇੰਪੋਰਟੈਂਟ ਕੰਮ ਕਰੋ। ਇੱਕ ਟਾਸਕ ਸ਼ੀਟ ਬਣਾਓ ਪਹਿਲੀ, ਜਿਹਦੇ ਵਿੱਚ ਹੈ ਨੋ ਯੋਰ ਪ੍ਰੋਫਾਈਲ। ਮੈਂ ਆਪਣੀ ਪ੍ਰੋਫਾਈਲ ਬਾਰੇ ਉਹ ਸਾਰਾ ਕੁਝ ਲਿਖਾਂ, ਕਿਹੜੇ ਸਾਲ ਮੈਂ ਕੀ ਕੀਤਾ ਸੀ, ਕਿੰਨੇ ਸਬਜੈਕਟ ਸੀ, ਕਿੰਨੇ ਨੰਬਰ ਸੀ। ਜੇ ਮੇਰਾ ਵਰਕ ਐਕਸਪੀਰੀਅੰਸ ਹੈਗਾ ਤਾਂ ਮੈਂ ਵਰਕ ਐਕਸਪੀਰੀਅੰਸ ਦੇ ਵਿੱਚ ਕੀ ਜੌਬ ਡਿਊਟੀਜ਼ ਕਰਦਾ ਸੀਗਾ ਉਹਨੂੰ ਡਿਟੇਲ ਨਾਲ ਬਣਾਓ ਪਹਿਲੇ ਦਿਨ ਹੀ ਜਿੱਦਣ ਤੁਸੀਂ UK ਐਪਲੀਕੇਸ਼ਨ ਲਾਣੀ ਹੈ। ਸੈਕਿੰਡ ਆ ਗਿਆ ਨੋ ਯੋਰ ਯੂਨੀਵਰਸਿਟੀ। ਕਿਹੜੀ ਯੂਨੀਵਰਸਿਟੀ ਜਾਂਦੇ ਪਏ ਹੋ, ਉਹ ਯੂਨੀਵਰਸਿਟੀ ਕਿੰਨੀ ਪੁਰਾਣੀ ਹੈ, ਉਹ ਯੂਨੀਵਰਸਿਟੀ ਦੇ ਵਿੱਚ ਜਿਹੜਾ ਮੇਰਾ ਕੋਰਸ ਹੈ ਉਹ ਕਿੰਨੇ ਸਾਲ ਦਾ ਹੈਗਾ,
ਮੈਂ ਕੀ ਮੋਡਿਊਲ ਪੜਾਂਗਾ, ਮੇਰੀ ਸਕਾਲਰਸ਼ਿਪ ਕਿੰਨੀ ਹੈ, ਮੇਰੇ ਕੋਰਸ ਦੇ ਵਿੱਚ ਕੋਈ ਸੈਂਡਵਿਚ ਆਪਸ਼ਨ ਹੈਗੀ ਹੈ। ਸੈਂਡਵਿਚ ਤੋਂ ਮਤਲਬ ਹੁੰਦਾ ਇੰਟਰਨਸ਼ਿਪ, ਉਹ ਆਪਸ਼ਨ ਹੈਗੀ ਹੈ। ਕੀ ਮੇਰਾ ਕੋਰਸ ATAS ਸਰਟੀਫਿਕੇਟ ਭਾਲਦਾ, ਇੱਕ ਸਪੈਸ਼ਲ ਕੋਰਸਿਸ ਦੇ ਵਿੱਚ ਇੱਕ ਸਰਟੀਫਿਕੇਟ ਤੁਹਾਨੂੰ ਲੈਣਾ ਪੈਂਦਾ ਹੈ ਵਿਚ ਇਜ਼ ਕਾਲਡ ATAS, ਅਕੈਡਮਿਕ ਟੈਕਨੋਲੋਜੀ ਅਪਰੂਵਲ ਸਕੀਮ ਦੇ ਹੇਠਾਂ। ਕੋਈ ਪੈਸੇ ਨਹੀਂ ਲੱਗਦੇ ਇਹਦੇ, ਬਟ ਕੋਈ ਸਰਟੀਫਿਕੇਸ਼ਨ ਲੈਣਾ ਪੈਂਦਾ ਅਤੇ ਇਹਦਾ ਆਫਰ ਲੈਟਰ 'ਤੇ ਜ਼ਿਕਰ ਹੁੰਦਾ ਹੈ। ਹੁਣ ਉਹ ਯੂਨੀਵਰਸਿਟੀ ਨੂੰ ਇੱਕ ਹੋਰ ਆਪਣੀ ਮਰਜ਼ੀ ਦੀ ਯੂਨੀਵਰਸਿਟੀ ਦੇ ਨਾਲ ਕੰਪੇਅਰ ਕਰੋ, ਉਹਨਾਂ ਦੇ ਤੱਥ ਲਿਖੋ। ਪੰਜਾਬੀ 'ਚ ਲਿਖਣਾ ਪੰਜਾਬੀ 'ਚ ਲਿਖੋ, ਹਿੰਦੀ 'ਚ ਲਿਖਣਾ ਹਿੰਦੀ 'ਚ ਲਿਖੋ, ਔਰ ਇੰਗਲਿਸ਼ ਜੋ ਤੁਹਾਨੂੰ ਠੀਕ ਲੱਗਦੀ ਹੈ। ਥਰਡ ਇੰਪੋਰਟੈਂਟ ਫੈਕਟਰ, ਉਹ ਯੂਨੀਵਰਸਿਟੀ ਦੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਜਾਓ, ਚਾਹੇ ਉਹ ਫਿਰ ਉਹ ਟਵਿੱਟਰ ਹੈ, ਚਾਹੇ ਉਹ YouTube ਹੈ, ਚਾਹੇ ਉਹ ਇੰਸਟਾ ਹੈ, ਚਾਹੇ ਉਹ ਫੇਸਬੁੱਕ ਹੈ। ਉੱਥੇ ਤੁਹਾਨੂੰ 2-4 ਵੀਡੀਓ ਤੁਹਾਡੇ ਕੋਰਸ 'ਤੇ ਮਿਲ ਜਾਣਗੇ ਜਿੱਥੇ ਲੋਕਾਂ ਨੇ ਫੀਡਬੈਕ ਦਿੱਤਾ ਹੋਏਗਾ। ਉਹਨਾਂ ਦੀ ਵੀਡੀਓ ਸੁਣੋ। ਪਹਿਲੀ ਚੀਜ਼, ਤੁਸੀਂ ਉਹਨਾਂ ਦੇ ਐਕਸੈਂਟ ਦੇ ਆਦੀ ਬਣ ਜਾਓਗੇ, ਉਹਨਾਂ ਦੇ ਬੋਲਣ ਦੇ ਤਰੀਕੇ ਦੇ। ਹੁਣ ਅੱਜ ਤੁਹਾਡੇ ਕੰਨਾਂ ਨੂੰ ਉਹਦੀ ਆਦਤ ਪੈ ਗਈ, ਤੁਹਾਡਾ ਮਟੀਰੀਅਲ ਨਵਾਂ ਨਿਕਲਿਆ, ਇਹ ਸਾਰੀ ਚੀਜ਼ਾਂ ਕਰਕੇ ਉਹਨੂੰ ਸਭ ਨੂੰ ਇੱਕ ਨੋਟਬੁੱਕ ਲਿਖ ਕੇ ਉਹਦੀ ਪ੍ਰੈਕਟਿਸ ਕਰਦੇ ਰਹੋ ਆਪਣੇ ਵਰਡਸ ਦੇ ਵਿੱਚ ਇੰਗਲਿਸ਼ ਦੇ। 90% ਲੋਕੀ ਗਲਤੀ ਕੀ ਕਰਦੇ ਨੇ, ਇੱਕ ਸਟੈਂਡਰਡ ਆਨਸਰ ਦਿੱਤਾ ਜਾਂਦਾ ਵਾਈ UK ਦਾ, ਆਈ ਵਿਲ ਗੈਟ ਅ ਪ੍ਰੈਕਟੀਕਲ ਐਕਸਪੀਰੀਅੰਸ ਇਨ ਦਾ UK ਆਫਟਰ ਸਟੱਡਿੰਗ ਦੇਅਰ। ਹੁਣ ਜੇ ਦੂਸਰਾ ਸਵਾਲ ਪੁੱਛ ਲਿਆ ਜਾਵੇ, ਵਾਟ ਡੂ ਯੂ ਮੀਨ ਬਾਈ ਪ੍ਰੈਕਟੀਕਲ ਐਕਸਪੀਰੀਅੰਸ, ਉੱਥੇ ਉਹ ਸ਼ਾਂਤ ਹੋ ਜਾਂਦੇ ਨੇ, ਕਿਉਂਕਿ ਨਾ ਤਾਂ ਇੰਟਰਵਿਊ ਪ੍ਰੈਪਰੇਟਰ ਇਹ ਦੱਸਦਾ, ਨਾ ਹੀ ਉਹਨਾਂ ਦਾ ਇੱਕ ਵਾਏ ਜਾਗਦਾ ਵੀ ਮੈਂ ਪੁੱਛਾਂ ਵੀ ਇਹ ਹੈ ਕੀ। ਉਹ ਰਿਟਰਨ ਦੇ ਇੱਕ ਮੋਡਿਊਲ 'ਤੇ ਤੁਰੇ ਹੋਏ ਨੇ। ਇਹਨੂੰ ਚੇਂਜ ਕਰ ਲਓਗੇ ਉਸ ਜਰਨੀ ਨੂੰ। ਮੈਂ ਹਮੇਸ਼ਾ ਇੰਟਰਵਿਊ ਨੂੰ ਇੱਕ ਸ਼ਾਪਿੰਗ ਦੇ ਨਾਲ ਕੰਪੇਅਰ ਕਰਦਾ। ਜੇ ਤੁਹਾਨੂੰ ਸ਼ਾਪਿੰਗ ਕਰਨ 'ਚ ਮਜ਼ਾ ਆਉਂਦਾ ਨਾ, ਪੈਸੇ ਖਰਚਣ ਦੇ ਵਿੱਚ, ਤਾਂ ਇੰਟਰਵਿਊ ਦੀ ਪ੍ਰੈਪਰੇਸ਼ਨ ਐਂਡ ਇੰਟਰਵਿਊ ਦੇਣ 'ਚ ਵੀ ਉਨਾ ਹੀ ਮਜ਼ਾ ਆਉਣਾ ਚਾਹੀਦਾ ਹੈ, ਕਿਉਂਕਿ ਪ੍ਰੋਸੈਸ ਦੋਨਾਂ ਦਾ ਸਿੰਪਲ ਹੈ। ਇੱਕ ਵਰਡ ਹੈ ਕੰਪੈਰੀਜ਼ਨ। ਇੱਕ ਦੁਕਾਨ ਨੂੰ ਦੂਜੀ ਦੁਕਾਨ ਨਾਲ ਕੰਪੇਅਰ ਕਰਦੇ ਹੋ, ਇੱਕ ਪ੍ਰੋਡਕਟ ਨੂੰ ਦੂਜੇ ਪ੍ਰੋਡਕਟ ਨਾਲ ਕੰਪੇਅਰ ਕਰਦੇ ਹੋ। ਇਸੇ ਤਰੀਕੇ ਨਾਲ ਇੱਕ ਯੂਨੀਵਰਸਿਟੀ ਇੰਟਰਵਿਊ ਔਰ ਹਾਈ ਕਮਿਸ਼ਨ ਇੰਟਰਵਿਊ ਦੇ ਵਿੱਚ ਤੁਸੀਂ ਕਰਨਾ ਕੀ ਹੈ, ਕੰਪੈਰੀਜ਼ਨ। ਇੱਕ ਯੂਨੀਵਰਸਿਟੀ ਕਿਉਂ ਜਾਂਦੇ ਪਏ ਹੋ, ਉਹਨੂੰ ਦੂਜੇ ਯੂਨੀਵਰਸਿਟੀ ਨਾਲ ਕੰਪੇਅਰ ਕਰਕੇ ਦੱਸ ਦੋਗੇ। ਇਹ ਕੋਰਸ ਕਿਉਂ ਕਰਦੇ ਪਏ ਹੋ, ਉਹਨੂੰ ਦੂਜੇ ਕੋਰਸ ਨਾਲ ਕੰਪੇਅਰ ਕਰਕੇ ਦੱਸ ਦੋਗੇ। ਦੋਨਾਂ ਦਾ ਬੈਕਗਰਾਊਂਡ ਇੱਕੋ ਹੀ ਹੈ, ਕੰਪੈਰੀਜ਼ਨ। ਪਰ ਉਹਨੂੰ ਫਨ ਬਣਾਓ, ਉਹਨੂੰ ਟੈਨਸ਼ਨ ਨਾ ਬਣਾਓ। ਉਹਨੂੰ ਟੈਨਸ਼ਨ ਤਦ ਬਣੇਗੀ ਜਦ ਰਿਟਰਨ ਵਾਲੇ ਚੀਜ਼ ਤੇ ਚੱਲੋਗੇ। ਬਿਲਕੁਲ ਬਿਲਕੁਲ ਬਿਲਕੁਲ। ਸੋ ਤੁਸੀਂ ਇਹਨਾਂ ਗੱਲਾਂ ਦਾ ਦੇਖੋ ਜ਼ਰੂਰ ਧਿਆਨ ਰੱਖਣਾ ਹੈ। ਸਾਡੇ ਕੋਲ ਵਾਕਈ ਕੁਝ ਸਟੂਡੈਂਟਸ ਅਜਿਹੀ ਪ੍ਰੋਫਾਈਲਸ ਵੀ ਆਈਆਂ ਸੀ ਜੋ ਬਹੁਤ ਅੱਛੀ ਪ੍ਰੋਫਾਈਲ ਸੀ, ਸਿਰਫ ਇੰਟਰਵਿਊ ਸਹੀ ਢੰਗ ਨਾਲ ਉਹ ਕਲੀਅਰ ਨਹੀਂ ਕਰ ਸਕੇ ਤੇ ਉਹਨਾਂ ਨੂੰ ਰਿਜੈਕਸ਼ਨ ਫੇਸ ਕਰਨੀ ਪਈ ਹੈ। ਸੋ ਇਸ ਕਰਕੇ ਅਸੀਂ ਤੁਹਾਨੂੰ ਜ਼ਰੂਰ ਕਹਿਣਾ ਚਾਹਾਂਗੇ, ਇਹਨਾਂ ਗੱਲਾਂ ਤੇ ਤੁਸੀਂ ਫੋਕਸ ਜ਼ਰੂਰ ਕਰਨਾ ਹੈ ਤਾਂ ਕਿ ਤੁਸੀਂ ਆਪਣਾ ਪੂਰਾ ਪ੍ਰੋਸੈਸ ਸਹੀ ਢੰਗ ਨਾਲ ਕੰਪਲੀਟ ਕਰਕੇ ਆਪਣਾ ਸਟੱਡੀ ਵੀਜ਼ਾ ਟਾਈਮਲੀ ਹਾਸਲ ਕਰ ਸਕੋ। ਸੋ ਜਦੋਂ ਆਪਾਂ UK ਦੀ ਗੱਲ ਕਰਦੇ ਹਾਂ, ਇੱਥੇ ਮੈਂ ਜ਼ਰੂਰ ਗੱਲ ਹੈਲਥ ਸੈਕਟਰ ਬਾਰੇ ਵੀ ਕਰਨਾ ਚਾਹੂੰਗੀ। ਕਿੰਨਾ ਕੁ ਵਧੀਆ ਸਕੋਪ ਨਰਸਿੰਗ ਵਾਲਿਆਂ ਲਈ ਵੀ ਦੇਖਿਆ ਜਾਏ, ਜਾਂ ਕਿਸ ਤਰ੍ਹਾਂ ਦੀ ਪ੍ਰੋਬਲਮਸ ਆਪਣੀਆਂ ਗਲਤੀਆਂ ਕਰਕੇ ਵੀ ਫੇਸ ਕਰਨੀਆਂ ਪੈਂਦੀਆਂ, ਕਿਉਂਕਿ ਇੱਕ ਅੱਛੀ ਆਪਸ਼ਨ ਹੁਣ ਤੱਕ ਦੇਖੀ ਜਾਂਦੀ ਹੈ ਨਰਸਿੰਗ ਪ੍ਰੋਫੈਸ਼ਨ ਲਈ। ਦੇਖੋ, ਨਰਸਿੰਗ ਨਾ ਜਦ ਵੀ ਕੋਈ ਨਰਸ ਆਪਣੇ ਡਿਸਾਈਡ ਕਰਦੀ ਹੈ ਨਰਸ ਬਣਨ ਦਾ, ਜਿਹੜੇ ਮੈਂ ਮੋਟੇ-ਮੋਟੇ 2 ਫੈਕਟਰ ਦੇਖੇ ਨੇ। ਇੱਕ ਹੁੰਦਾ ਹੈ ਨੋਬਲ ਕਾਜ਼, ਬਹੁਤ ਵਧੀਆ ਕਾਜ਼ ਹੈਗਾ, ਕਿਸੇ ਨੇ ਨਰਸ ਬਣਨਾ, ਟੀਚਰ ਬਣਨਾ। 2 ਆਕੂਪੇਸ਼ਨ ਨੋਬਲ ਕਾਜ਼ ਦਾ ਹਿੱਸਾ ਮੰਨੇ ਜਾਂਦੇ ਨੇ ਸਾਡੇ ਕਲਚਰ ਦੇ ਵਿੱਚ। ਬਟ ਜਦ ਉਹ ਨੋਬਲ ਕਾਜ਼ ਪੈਸੇ ਲੈ ਕੇ ਨਹੀਂ ਆਉਂਦਾ ਨਾ, ਤਨਖਾਹ ਦੇ ਰੂਪ 'ਚ ਜਾਂ ਤਰੱਕੀ ਦੇ ਰੂਪ ਦੇ ਵਿੱਚ, ਤਾਂ ਨੋਬਲ ਕਾਜ਼ ਨੋਬਲ ਨਹੀਂ ਲੱਗਦਾ। ਇਹ ਉਹ ਟਾਈਮ ਆ ਜਾਂਦਾ ਜਦੋਂ ਬੰਦਾ ਬਾਹਰ ਜਾਣ ਦੀ ਸੋਚਦਾ ਹੈ ਵੀ ਉੱਥੇ ਇਸ ਆਕੂਪੇਸ਼ਨ ਦੀ ਬੜੀ ਬੁੱਕਤ ਹੈ, ਵਿਚ ਇਜ਼ ਰਾਈਟਲੀ ਸੋ। ਨਰਸਿੰਗ ਇਹੋ ਜਿਹਾ ਆਕੂਪੇਸ਼ਨ ਹੈ, ਮੈਂ ਉਹਨੂੰ ATM ਦੇ ਨਾਲ ਕੰਪੇਅਰ ਕਰਦਾ। ਜਿੰਨੇ ਘੰਟੇ ਲਾਓਗੇ ਉਹ ਤੋਂ ਦੁੱਗਣੇ ਤਿੱਗਣੇ ਪੈਸੇ ਬਣ ਕੇ ਤੁਹਾਡੇ ਤਨਖਾਹ ਦੇ ਰੂਪ 'ਚ ਵਾਪਸ ਆਉਣਗੇ। ਬਟ ਇੱਥੋਂ ਦੀ ਨਰਸ ਨੇ ਉੱਥੇ ਜਾ ਕੇ ਨਰਸ ਬਣਨਾ, ਜਾਂ ਓਲਡ ਏਜ ਕੇਅਰ ਟੇਕਰ ਬਣਨਾ, ਜਾਂ ਹੋਰ ਵਾਲੇ ਪਾਸੇ ਜਾਣਾ ਪਬਲਿਕ ਹੈਲਥ ਦੇ ਸੈਕਟਰ ਦੇ ਉੱਤੇ, ਇਹ ਗਾਈਡੈਂਸ ਨਰਸਾਂ ਨੂੰ ਨਹੀਂ ਮਿਲਦੀ। ਉਹ ਕਿਉਂ ਨਹੀਂ ਮਿਲਦੀ? ਕਿਉਂਕਿ ਯੂਨੀਵਰਸਿਟੀ ਦੇ ਵਿੱਚ ਕਿਹੜੇ-ਕਿਹੜੇ ਕੋਰਸ ਆਪਸ਼ਨ ਅਵੇਲੇਬਲ ਹੈ। ਕਿ ਤੁਹਾਡਾ ਨਰਸਿੰਗ ਵਿਦ 7.0 ਬੈਂਡ ਦੇ ਨਾਲ ਤੁਹਾਨੂੰ ਉੱਥੋਂ ਦਾ ਇੱਕ ਨਰਸਿੰਗ ਕਨਵਰਜਨ ਕੋਰਸ ਕਰਾ ਦੂਗਾ ਵੀ ਤੁਸੀਂ ਉੱਥੇ ਨਰਸ ਕਿਵੇਂ ਕੰਮ ਕਰ ਸਕਦੇ ਹੋ। ਚਲੋ ਆਇਲਸ 'ਚ ਬੈਂਡ ਨਹੀਂ ਆ ਪਾਉਂਦੇ ਤੁਹਾਡਾ ਨਰਸਿੰਗ ਰਜਿਸਟਰਡ ਹੋਣ ਲਈ ਉਹਨਾਂ ਦੇਸ਼ਾਂ ਦੇ ਵਿੱਚ, ਕੀ ਤੁਹਾਡੇ ਕੋਲ ਸੈਕੰਡ ਬੈਸਟ ਆਪਸ਼ਨ ਕਿਹੜੀ ਹੈਗੀ ਹੈ? ਕਿ ਉਹ ਪਬਲਿਕ ਹੈਲਥ ਹੈਗੀ ਹੈ ਜਾਂ ਹੈਲਥ ਸਾਇੰਸਿਸ ਹੈਗੀਆਂ? ਤਾਂ ਆਹ ਕੁਝ ਸਵਾਲ ਨੇ ਜਿਹੜੇ ਕਿ ਤੁਹਾਡਾ ਕਰੀਅਰ ਐਂਡ PR ਦੇ ਤੁਹਾਨੂੰ ਨੇੜੇ ਲੈ ਕੇ ਜਾਂਦੇ ਨੇ। ਕਿਉਂਕਿ ਇੱਕ ਮਿਥ ਹੈ UK ਦੇ ਵਿੱਚ PR ਨਹੀਂ ਮਿਲਦੀ। ਅੱਜ ਤੁਸੀਂ UK ਦੀ ਵੈਬਸਾਈਟ ਖੋਲ੍ਹ ਕੇ ਦੇਖੋਗੇ 70 ਪੁਆਇੰਟ PR ਪ੍ਰੋਸੈਸ ਅਵੇਲੇਬਲ ਹੈ। 70 ਮਿਲਣੇ ਕਿਵੇਂ ਹੈ? ਪੜ੍ਹਾਈ ਕਰਕੇ, ਪੜ੍ਹਾਈ ਤੋਂ ਬਾਅਦ ਕੰਮ ਕਰਕੇ ਉਸੇ ਹੀ ਫੀਲਡ ਦੇ ਵਿੱਚ। ਬਹੁਤ ਸਾਰਾ ਬੱਚਾ ਮੈਡੀਕਲ ਫੀਲਡ ਵਾਲਾ ਅੱਜ UK ਦੇ ਵਿੱਚ ਇੱਕ ਹੈਲਥ ਕੇਅਰ ਦਾ Tier 2 ਵਰਕ ਪਰਮਿਟ ਚੱਲਦਾ ਪਿਆ। ਬਹੁਤ ਸਾਰੇ ਬੱਚਿਆਂ ਨੇ ਅਵੇਲ ਕੀਤਾ ਕਿਉਂਕਿ ਉੱਥੇ ਉਸ ਚੀਜ਼ ਦੀ ਡਿਮਾਂਡ ਸੀਗੀ। ਕੋਈ ਓਲਡ ਏਜ ਕੇਅਰ ਟੇਕਰ ਲੱਗਿਆ ਹੋਇਆ ਹੈਗਾ, ਕੋਈ ਹੈਲਥ ਸੈਂਟਰ ਦੇ ਵਿੱਚ ਲੱਗਿਆ, ਜਿਹਦੀ ਤਨਖਾਹ 20,600 ਤੋਂ 21,000 ਪਾਉਂਡ ਤੋਂ ਨੀਚੇ ਹੈਗੀ ਹੈ। ਉਹਨੇ ਜੌਬ ਤਾਂ ਮਿਲ ਗਈ, ਐਵਰੀਬਡੀ ਇਜ਼ ਹੈਪੀ, ਜੌਬ ਮਿਲ ਗਈ ਹੈ। ਪਰ ਉਹ ਜੌਬ ਤੁਹਾਡੀ ਉਦੋਂ ਤੱਕ ਹੈ ਜਦ ਤੱਕ ਤੁਹਾਡਾ ਇੰਪਲੋਇਰ ਤੁਹਾਡੇ ਨਾਲ ਹੈ। ਇਮੈਜਿਨ ਕਰੋ ਇੱਕ ਸੀਨ, ਅੱਜ ਤੁਸੀਂ ਪੈਸੇ ਲੈ ਕੇ ਜੌਬ ਲੈ ਲਈ,
ਆਪਣਾ ਵੀਜ਼ਾ ਵੀ ਕਨਵਰਟ ਕਰਾ ਲਿਆ, 6 ਮਹੀਨੇ ਬਾਅਦ EMPLOYER ਅੱਖਾਂ ਦਿਖਾਵੇ ਮੈਨੂੰ ਤੇਰਾ ਕੰਮ ਪਸੰਦ ਨਹੀਂ ਆਂਦਾ, ਤੁਸੀਂ ਕਿੱਥੇ ਖੜੇ ਹੋ? ਨਾ ਸਟੂਡੈਂਟ ਵੀਜ਼ਾ ਦੇ ਉੱਤੇ ਨਾ ਵਰਕ ਪਰਮਿਟ ਦੇ ਉੱਤੇ, ਕਿਉਂਕਿ ਵਰਕ ਪਰਮਿਟ ਲਈ ਤੁਹਾਡੇ ਕੋਲ ਕੌਸ ਹੋਣਾ ਚਾਹੀਦਾ ਹੈਗਾ ਸਰਟੀਫਿਕੇਟ ਆਫ ਸਪਾਂਸਰਸ਼ਿਪ। ਜੇ ਐਜ਼ ਐਨ EMPLOYER ਮੈਂ ਵਿਡਰਾ ਕਰ ਲਿਆ ਤੇ ਤੁਸੀਂ ਕਿਤੇ ਲੈਂਡ ਅਪ ਨਹੀਂ ਕਰੋਗੇ, ਤੁਸੀਂ ਦੂਜੀ ਚਿੱਠੀ ਲਾਓਗੇ ਹੋਰ ਪੈਸੇ ਦੇ ਕੇ। ਫਿਰ ਆ ਤਾਂ ਇੱਕ ਨਾ ਉਹ ਗੱਡਾ ਹੀ ਬਣ ਗਿਆ ਜਿਸ ਤੁਸੀਂ ਗਿਰੀ ਜਾਂਦੇ ਹੋ। ਉਹਦਾ ਕਾਰਨ ਕੀ ਹੈ? ਜਦ ਤੁਸੀਂ ਸਟਾਰਟਿੰਗ ਕਨਵਰਟ ਕੀਤਾ, ਤੁਹਾਡੇ ਕੰਨਾਂ ਨੂੰ ਤੇ ਤੁਹਾਡੇ ਦਿਮਾਗ ਨੂੰ ਇੱਕੋ ਵਰਡ ਸੁਣਿਆ, ਵਰਕ ਪਰਮਿਟ। ਬਿਲਕੁਲ। ਪਰ ਵਰਕ ਪਰਮਿਟ ਤੁਹਾਡੀ ਰਿਸਪੌਂਸਿਬਿਲਿਟੀ ਜਾਂ ਤੁਹਾਡੇ ਤੇ ਉੱਤੇ ਓਬਲੀਗੇਸ਼ਨ ਕੀ ਲੈ ਕੇ ਆਂਦਾ, ਤੁਸੀਂ ਉਹਦਾ ਧਿਆਨ ਹੀ ਨਹੀਂ ਕੀਤਾ। ਇਹ ਉਹੀ ਸਟੇਜ ਹੈ ਜਿਵੇਂ ਸਟੂਡੈਂਟ ਵੀਜ਼ਾ ਲਈ ਤੁਸੀਂ ਕਿਸੇ ਕੰਸਲਟੈਂਟ ਕੋਲ ਜਾਂਦੇ ਹੋ, ਸਿਰਫ ਵੀਜ਼ਾ ਪੁੱਛਦੇ ਹੋ, ਪ੍ਰੋਸੈਸ ਨਹੀਂ ਪੁੱਛਦੇ। ਇਹੀ ਗਲਤੀ ਉੱਥੇ ਜਾ ਕੇ ਵੀ ਕਰਦੇ ਹੋ, ਜਿਹਦੇ ਕਰਕੇ ਤੁਸੀਂ ਆਪਣੇ ਪੈਸਿਆਂ ਦਾ ਤੇ ਟਾਈਮ ਦਾ ਨੁਕਸਾਨ ਕਰਾਉਂਦੇ ਹੋ। ਫਿਰ ਇੱਕ ਸਟੇਟਮੈਂਟ ਆ ਜਾਂਦੀ ਹੈ ਜਰਨਲ ਪਬਲਿਕ ਦੇ ਵਿੱਚ, UK ਤਾਂ PR ਨਹੀਂ ਮਿਲਦੀ, ਜੋ ਅੱਧਾ ਸੱਚ ਹੈ। ਕਿਉਂਕਿ ਅੱਧਾ ਸੱਚ ਤਾਂ ਦੱਸਿਆ ਹੀ ਨਹੀਂ ਗਿਆ ਵੀ ਕਿਉਂ ਨਹੀਂ ਮਿਲੀ ਮੈਨੂੰ PR। ਮੈਂ ਆਹ ਕਰਮ ਕੀਤੇ ਸੀਗੇ, ਆਹ ਐਕਸ਼ਨ ਲਿੱਤੇ ਸੀ, ਜਿਹਦੇ ਕਰਕੇ ਮੈਂ ਉੱਥੇ ਖੜਿਆ ਜਿੱਥੇ ਖੜਿਆ, ਮੈਨੂੰ ਕੋਈ ਅੱਗੇ ਰਾਹ ਨਹੀਂ ਦਿਖਦਾ ਪਿਆ। ਵੈਰਐਜ਼ ਹਾਈ ਕਮਿਸ਼ਨ ਆਪਣੀ ਵੈਬਸਾਈਟ ਦੇ ਉੱਤੇ ਪੂਰਾ ਰਾਹ ਬਣਾ ਕੇ ਚੱਲਦੀ ਹੈ। 1 ਸਾਲ ਦੀ ਪੜ੍ਹਾਈ, 2 ਸਾਲ ਦਾ ਵਰਕ ਪਰਮਿਟ, 70 ਪੁਆਇੰਟ ਪੂਰੇ ਕਰੋ, ਗੈਟ ਅ ਵਰਕ ਪਰਮਿਟ, ਜਿਹਦੇ ਵਿੱਚ 25,600 ਪਾਉਂਡ ਦੀ ਨੌਕਰੀ ਤੁਹਾਨੂੰ ਚਾਹੀਦੀ ਹੈਗੀ। ਹੁਣ 25,600 ਨੂੰ ਕੰਪਰੋਮਾਈਜ਼ ਕਰ ਲਓਗੇ 20,200 ਦੇ ਨਾਲ ਤਾਂ ਤੁਹਾਡਾ ਵਰਕ ਪਰਮਿਟ ਐਕਸਟੈਂਡ ਹੀ ਨਹੀਂ ਹੋਣਾ, ਐਂਡ ਯੂ ਆਰ ਐਟ ਮਰਸੀ ਆਫ ਐਨ EMPLOYER ਜੋ ਤੁਹਾਨੂੰ ਐਕਸਪਲੋਇਟ ਕਰੇਗਾ ਹੀ ਕਰੇਗਾ 6 ਤੋਂ 8 ਮਹੀਨੇ ਬਾਅਦ ਹਰ ਸਾਲ। ਬਿਲਕੁਲ ਸਹੀ ਤੁਸੀਂ ਗੱਲ ਕਹੀ ਹੈ। ਦੇਖੋ ਬਹੁਤ ਵਧੀਆ ਢੰਗ ਦੇ ਨਾਲ ਸਰ ਨੇ ਐਕਸਪਲੇਨ ਕੀਤੀ ਹੈ ਸਾਰੀ ਗੱਲ, ਕਿਉਂਕਿ ਹੁੰਦਾ ਅਕਸਰ ਇਹੀ ਹੈ ਸਟੂਡੈਂਟ ਸ਼ਾਰਟ ਟਰਮ ਆਪਣੇ ਫਾਇਦੇ ਲਈ ਆਪਣਾ ਲੌਂਗ ਟਰਮ ਆਪਣੇ ਫਿਊਚਰ ਨੂੰ ਖਰਾਬ ਕਰ ਲੈਂਦਾ ਆਪਣੇ ਹੀ ਹੱਥੀ। ਉਸ ਤੋਂ ਬਾਅਦ ਜਾਂ ਤਾਂ ਉਸ ਕੰਟਰੀ ਦੀ ਅੰਬੈਸੀ ਨੂੰ ਕਸੂਰਵਾਰ ਠਹਿਰਾਇਆ ਜਾਂਦਾ ਜਾਂ ਫਿਰ ਉਸ ਤੋਂ ਬਾਅਦ ਕੰਸਲਟੈਂਟ ਨੂੰ ਦੋਸ਼ ਦਿੱਤਾ ਜਾਂਦਾ, ਜਦਕਿ ਅਸੀਂ ਗਲਤੀਆਂ ਖੁਦ ਕਰ ਲੈਨੇ। ਇਸ ਲਈ ਸੋਚ ਸਮਝ ਕੇ ਸਹੀ ਚੀਜ਼ਾਂ ਨੂੰ ਸਮਝਦੇ ਹੋਏ, ਚੰਗੇ ਕੰਸਲਟੈਂਟ ਦੀ ਸਲਾਹ ਦੇ ਨਾਲ ਚੱਲਦੇ ਹੋਏ ਲੌਂਗ ਟਰਮ ਆਪਣੇ ਫਿਊਚਰ ਲਈ ਪਲਾਨ ਕਰਿਆ ਕਰੋ, ਤਾਂ ਕਿ ਤੁਸੀਂ ਜਿਸ ਕੰਟਰੀ 'ਚ ਜਾ ਰਹੇ ਹੋ PR ਵੀ ਮਿਲੇ, ਤੁਹਾਡਾ ਫਿਊਚਰ ਵੀ ਬ੍ਰਾਈਟ ਹੋਵੇ। ਅਗਰ ਤੁਸੀਂ ਆਪਣੀ ਫੈਮਿਲੀ ਦੀ ਵੀ ਵਧੀਆ ਸੈਟਲਮੈਂਟ ਅਗਰ ਸੋਚਦੇ ਹੋ ਤਾਂ ਉਸ ਰਸਤੇ ਵੱਲ ਵੀ ਤੁਸੀਂ ਤੁਰ ਸਕੋ। ਤੁਹਾਡਾ ਆਪਣਾ ਕੋਈ ਸਵਾਲ ਹੋਵੇ, ਇਹ ਨੰਬਰ ਡਿਸਪਲੇ ਹੈ ਜੀ, ਇਸ ਉੱਪਰ ਕਾਲ ਕਰਕੇ ESS ਗਲੋਬਲ ਦੀ ਟੀਮ ਦੇ ਨਾਲ ਤੁਸੀਂ ਟਾਈਮਲੀ ਕੰਟੈਕਟ ਕਰੋ। ਸਹੀ ਸਾਰੀਆਂ ਚੀਜ਼ਾਂ ਸਮਝਦੇ ਹੋਏ ਅੱਗੇ ਵਧੋ। ਔਰ ਅਗਰ ਤੁਸੀਂ ਵਿਜ਼ਿਟ ਕਰਨਾ ਚਾਹੋ ਇਹਨਾਂ ਦੇ ਆਫਿਸ, ਸਾਰੀ ਬ੍ਰਾਂਚਿਸ ਦੀ ਐਡਰੈਸ ਡਿਟੇਲ ਵੀ ਜੋ ਹੈ ਸਕਰੋਲ ਦੇ ਵਿੱਚ ਮੈਂਸ਼ਨ ਕੀਤੀਆਂ ਹੋਈਆਂ। ਟਾਈਮਲੀ ਆਪਣੇ ਡਾਕੂਮੈਂਟਸ ਲੈ ਕੇ ਆਓ, ਅਸੈਸਮੈਂਟ ਕਰਵਾਓ, ਸਹੀ ਚੀਜ਼ਾਂ ਸਮਝਦੇ ਹੋਏ ਅਪਲਾਈ ਕਰੋ। ਗੱਲ ਆਪਾਂ UK ਦੀ ਕਰ ਰਹੇ ਹਾਂ। ਛੋਟਾ ਜਿਹਾ ਸਵਾਲ ਮੈਂ ਹੁਣ ਥੋੜਾ ਜਿਹਾ ਪ੍ਰੋਸੈਸਿੰਗ ਟਾਈਮ ਨੂੰ ਲੈ ਕੇ ਵੀ ਜਾਣਨਾ ਚਾਹੂੰਗੀ, ਕਿੰਨਾ ਕੁ ਟਾਈਮ ਚੱਲ ਰਿਹਾ ਹੈ ਔਰ ਸਟੂਡੈਂਟਸ ਕਿਹੜੀ ਗੱਲਾਂ ਦਾ ਧਿਆਨ ਰੱਖਣ ਤਾਂ ਕਿ ਉਸ ਤੋਂ ਬਾਅਦ ਆਪਾਂ ਕੈਨੇਡਾ ਦੀ ਵੀ ਗੱਲ ਕਰ ਸਕੀਏ। ਦੇਖੋ ਐਡਮਿਸ਼ਨ ਤੋਂ ਲੈ ਕੇ ਕੈਸ਼ ਤੱਕ ਦਾ ਟਾਈਮ ਜਿਹੜਾ ਹੈ ਤਕਰੀਬਨ 6 ਤੋਂ 8 ਹਫ਼ਤਿਆਂ ਦਾ ਹੈ। ਐਜ਼ ਲੌਂਗ ਐਜ਼ ਤੁਸੀਂ ਇੰਟਰਵਿਊ ਲਈ ਰੈਡੀ ਹੋ, ਤੁਹਾਡਾ ਫਾਈਨੈਂਸ਼ੀਅਲ ਰੈਡੀ ਹੈ। ਕੁਝ ਯੂਨੀਵਰਸਿਟੀਆਂ ਕੈਸ਼ ਵਾਸਤੇ ਜੂਨ ਵਿੱਚ ਓਪਨ ਹੋਣਗੀਆਂ, ਫਿਰ ਚਾਹੇ ਤੁਸੀਂ ਪੈਸੇ ਦੇ ਚੁੱਕੇ ਹੋ, ਤੁਸੀਂ ਇੰਟਰਵਿਊ ਕਲੀਅਰ ਕਰ ਚੁੱਕੇ ਹੋ, ਤੁਹਾਡਾ ਕੈਸ਼ ਜੂਨ ਵਿੱਚ ਹੀ ਆਏਗਾ, ਕਿਉਂਕਿ ਉਹਨਾਂ ਕੋਲ ਹਜੇ ਵੀ ਉਹ ਪੁਰਾਣਾ ਸਿਸਟਮ ਹੈ ਜੋ 90 ਦਿਨ ਤੋਂ ਪਹਿਲਾਂ ਕੈਸ਼ ਇਸ਼ੂ ਨਹੀਂ ਕਰਦਾ ਸੀਗਾ। ਵੈਰਐਜ਼ ਹਾਈ ਕਮਿਸ਼ਨ ਨੇ ਜਦ ਨਵਾਂ ਜਨਰਲ ਸਟੂਡੈਂਟ ਰੈਗੂਲੇਸ਼ਨ ਪਾਸ ਕੀਤਾ ਸੀਗਾ 2 ਸਾਲ ਪਹਿਲਾਂ, ਬੜਾ ਕਲੀਅਰਲੀ ਇਨਸਟਰਕਸ਼ਨ ਦਿੱਤੇ ਸੀ ਤੁਸੀਂ 6 ਮਹੀਨੇ ਪਹਿਲਾਂ ਵੀ ਆਪਣਾ ਕੈਸ਼ ਇਸ਼ੂ ਕਰਾ ਸਕਦੇ ਹੋ। ਕੁਝ ਚੁਣਿੰਦਾ ਯੂਨੀਵਰਸਿਟੀਆਂ ਅੱਜ ਵੀ ਕੈਸ਼ ਦਿੰਦੀਆਂ ਪਈਆਂ ਨੇ ਸਪਟੈਂਬਰ ਦੀਆਂ, ਅਦਰਵਾਈਜ਼ ਮੈਜੋਰਿਟੀ ਜੂਨ ਵਿੱਚ ਸਟਾਰਟ ਕਰਨਗੀਆਂ। ਪਰ ਉੱਥੋਂ ਤੱਕ ਪਹੁੰਚਦੇ ਤੁਹਾਡੀ ਲਾਈਨ ਐਡੀ ਕੁ ਵੱਡੀ ਹੋ ਜਾਣੀ ਹੈ ਜਿੱਥੇ ਕਿ ਹਰੇਕ ਬੱਚਾ UK ਨੂੰ ਪਊਗਾ ਆਪਣੇ ਰਿਜ਼ਲਟ ਆਉਣ ਤੋਂ ਬਾਅਦ ਜਾਂ ਕੈਨੇਡਾ ਤੋਂ ਰਿਫਿਊਜ਼ ਹੋਣ ਤੋਂ ਬਾਅਦ, ਤੇ ਹੋ ਸਕਦਾ ਤੁਹਾਡੇ ਕੋਲੋਂ ਟਾਈਮ ਡੈਡਲਾਈਨ ਨਿਕਲ ਜਾਵੇ, ਜਿਹੜੀ ਡੈਡਲਾਈਨ ਮੈਂ ਗੱਲ ਕਰ ਰਿਹਾ ਸੀਗਾ। ਐਂਡ ਇਹਦਾ ਇੱਕੋ ਟਿਪ ਹੈਗੀ ਹੈ, ਆਪਣੀ ਯੂਨੀਵਰਸਿਟੀ ਨੂੰ ਸਿਲੈਕਟ ਕਰੋ ਆਪਣੇ ਪ੍ਰੋਗਰਾਮ ਦੇ ਨਾਲ। ਪ੍ਰੋਗਰਾਮ ਦੇ ਵਿੱਚ ਨਾ ਇੱਕ ਛੋਟਾ ਜਿਹਾ ਪੈਰਾਗ੍ਰਾਫ ਬਣਿਆ ਹੁੰਦਾ ਹਮੇਸ਼ਾ, ਕਰੀਅਰ ਆਊਟਕਮਸ। ਉਹ ਕਰੀਅਰ ਆਊਟਕਮ ਨੂੰ ਦੇਖੋ, ਤੁਹਾਨੂੰ ਉਹ ਜਿਹੜਾ ਪੜ੍ਹੋਗੇ ਉਹ ਕੀ ਬਣਾਏਗਾ। ਫਿਰ ਨਾਲ ਦੇ ਨਾਲ ਇੱਕ ਹੋਰ ਵੈਬਸਾਈਟ ਹੈ UKVI ਦੀ, ਜਿਸ ਮੈਂਸ਼ਨ ਹੈ ਜੇ ਤੁਸੀਂ ਉਹਦੇ ਵਿੱਚ ਕੁਆਲੀਫਾਈ ਹੁੰਦੇ ਹੋ ਤੁਹਾਨੂੰ ਕਿੰਨੇ ਪੈਸਿਆਂ ਦੀ ਸਾਲਾਨਾ ਨੌਕਰੀ ਮਿਲੇਗੀ। ਤੁਸੀਂ ਬੜਾ ਸਿੰਪਲ ਫਾਰਮੂਲੇਟ ਕਰ ਸਕਦੇ ਹੋ ਕੀ ਬਣੋਗੇ ਤੇ ਕੀ ਬਣ ਕੇ ਕਿੰਨੀ ਤਨਖਾਹ ਮਿਲੇਗੀ। ਇੱਥੋਂ ਤੁਹਾਡੀ ਸਾਰੀ ਪਲੈਨਿੰਗ ਹੋਣੀ ਚਾਹੀਦੀ ਹੈ। ਆਪਣੀ ਅੱਖਾਂ ਦੇਖੀ, ਆਪ ਪੜ੍ਹ ਕੇ, ਨਾ ਕਿ ਕਿਸੇ ਦੀ ਗੱਲਾਂ ਦੇ ਵਿੱਚ ਆ ਕੇ ਹਾਂਜੀ ਹੋ ਜਾਊਗਾ 30,000 ਪਾਉਂਡ ਦੀ ਨੌਕਰੀ ਵੀ ਖੜੀ ਆ ਕੋਰਸ ਕਰਕੇ, ਉਹਨਾਂ ਨਾਲ ਥੋੜਾ ਕੁਝ ਨਹੀਂ ਹੋਣਾ, ਸਿਰਫ ਗੱਲਾਂ ਹੀ ਹੈ ਤੁਹਾਡੇ ਮੂੰਹ ਤੇ ਸਮਾਈਲ ਲਿਆਉਣ ਵਾਸਤੇ, ਸਿੰਪਲ। ਜੀ ਬਿਲਕੁਲ। ਤੇ ਯੂਥ ਮੋਬਿਲਿਟੀ ਪ੍ਰੋਗਰਾਮ ਵੀ ਜੁਲਾਈ ਵਿੱਚ ਫਿਰ ਓਪਨ ਹੋ ਰਿਹਾ ਕੁਝ ਦਿਨ ਦੇ ਲਈ, ਤਾਂ ਕਿਹਨਾਂ ਨੂੰ ਹੀ ਅਪਲਾਈ ਕਰਨਾ ਚਾਹੀਦਾ? ਕਿਉਂਕਿ ਅਸੀਂ ਦੇਖਦੇ ਹਾਂ ਕੁਝ ਇਸ ਤਰ੍ਹਾਂ ਦੀ ਸਕੀਮ ਆਉਂਦੀ ਹੈ ਤਾਂ ਬਹੁਤ ਸਾਰੇ ਹੀ ਸੋਚਦੇ ਆ ਕਿ ਅਸੀਂ ਅਪਲਾਈ ਕਰ ਦਿੰਦੇ ਹਾਂ। ਕਿਹਨਾਂ ਲਈ ਇਹ ਸਕੀਮ ਜਾਂ ਇਹ ਵੀਜ਼ਾ ਜਿਹੜੀ ਆਪਸ਼ਨ ਖੁੱਲੇਗੀ ਫਾਇਦੇਮੰਦ ਹੈ? ਦੇਖੋ, ਯੂਥ ਮੋਬਿਲਿਟੀ ਇਜ਼ ਅ ਲੋਟਰੀ ਸਿਸਟਮ। ਜਿਹੜਾ ਵੀ ਯੂਥ ਜਾਂ ਮੇਲ ਫੀਮੇਲ 18 ਸਾਲ ਤੋਂ ਲੈ ਕੇ 30 ਸਾਲ ਤੱਕ ਦਾ ਹੈਗਾ, ਉਹਦੇ ਕੋਲ ਘੱਟੋ ਘੱਟ ਗ੍ਰੈਜੂਏਸ਼ਨ ਹੈਗੀ ਹੈ ਐਂਡ 3 ਲੱਖ ਰੁਪਇਆ ਖਾਤੇ 'ਚ 28 ਦਿਨ ਪੁਰਾਣਾ ਦਿਖਾ ਸਕਦਾ ਹੈ, ਹਰ ਕੋਈ ਐਲੀਜੀਬਲ ਹੈ।
ਠੀਕ ਹੈ ਤੁਸੀਂ ਜੁਲਾਈ ਦੇ ਵਿੱਚ ਆਉਣ ਵਾਸਤੇ ਇਹ ਬੈਲਟ ਸਿਸਟਮ ਹੈ ਜੋ ਪਹਿਲਾਂ ਫੈਬਰਵਰੀ 'ਚ ਹੋਇਆ ਸੀ, ਹੁਣ ਜੁਲਾਈ 'ਚ ਦੁਬਾਰਾ ਹੋਣਾ ਹੈ। ਜੀ ਬੈਲਟ ਸਿਰਫ 48 ਘੰਟਿਆਂ ਵਾਸਤੇ ਓਪਨ ਹੁੰਦਾ ਹੈ। ਤੁਹਾਡੀ ਪ੍ਰੋਫਾਈਲ ਉਹਨਾਂ ਕੋਲ ਪਹੁੰਚ ਗਈ, ਉਸ ਤੋਂ ਬਾਅਦ 2 ਹਫ਼ਤਿਆਂ ਦੇ ਵਿੱਚ ਤੁਹਾਡੇ ਕੋਲ ਈਮੇਲ ਆ ਜਾਂਦਾ ਕਿ ਤੁਸੀਂ ਸਿਲੈਕਟ ਹੋਏ ਹੋ ਜਾਂ ਨਹੀਂ ਸਿਲੈਕਟ ਹੋਏ ਹੋ। ਸਿਲੈਕਟ ਹੋਏ ਹੋ ਤਾਂ ਤੁਹਾਡੇ ਕੋਲ ਅਰਾਊਂਡ 3 ਤੋਂ 4 ਹਫ਼ਤੇ ਹੁੰਦੇ ਨੇ ਅੰਬੈਸੀ 'ਚ ਆਪਣੀ ਫਾਈਲ ਜਮ੍ਹਾਂ ਕਰਾਉਣ ਲਈ ਪੂਰੇ ਡਾਕੂਮੈਂਟੇਸ਼ਨ ਦੇ ਨਾਲ। ਇਹਦੇ ਵਿੱਚ PCC ਇੱਕ ਹੈਗਾ, ਇਹ ਹਰੇਕ ਉਸ ਯੂਥ ਵਾਸਤੇ ਓਪਰਚੁਨਿਟੀ ਹੈ ਜਿਹਦੇ ਕੋਲ ਇੱਕ ਫੋਕਸ ਨਹੀਂ ਹੈਗਾ ਐਜ਼ ਆਫ ਨਾਓ। ਜੇ ਮੈਨੂੰ ਐਵੇਂ ਕਹਾਂ, ਇਹ ਇਕੱਲੇ ਪੈਸੇ ਕਮਾਉਣ ਦੀ ਓਪਰਚੁਨਿਟੀ ਨਹੀਂ ਹੈਗੀ, ਇਹ ਇੱਕ ਐਕਸਪਲੋਰੇਸ਼ਨ ਦੀ ਓਪਰਚੁਨਿਟੀ ਹੈ ਵੀ ਮੈਂ ਜੇ ਮੇਰੇ ਕੋਲ ਪੈਸਾ ਲਿਮਿਟਿਡ ਹੈਗਾ ਕਿ ਮੈਂ ਇਹਦੇ ਲਈ ਇੱਕ ਕਿਸਮਤ ਆਜ਼ਮਾਵਾਂ, ਤਾਂ ਮੇਰਾ ਆਨਸਰ ਰਹੇਗਾ ਯੈਸ, ਕਿਉਂਕਿ ਓਪਰਚੁਨਿਟੀ ਹੈਗੀ ਹੈ। ਓਪਰਚੁਨਿਟੀ ਹਰੇਕ ਯੂਥ ਨੂੰ ਬਰਾਬਰ ਦੀ ਹੈ। 18 ਤੋਂ 30 ਸਾਲ ਲਈ ਕੋਈ ਆਸ ਦੇ ਬੈਂਡ ਨਹੀਂ ਚਾਹੀਦੇ। ਕਿਸੇ ਨੂੰ ਤੁਹਾਡੇ ਨਾਲ ਜ਼ਿਆਦਾ ਇੰਗਲਿਸ਼ ਆਉਂਦੀ ਹੈ, ਘੱਟ ਇੰਗਲਿਸ਼ ਆਉਂਦੀ ਹੈ, ਕੋਈ ਫਰਕ ਨਹੀਂ ਪਏਗਾ ਇਹਦੇ ਵਿੱਚ। ਜੀ ਠੀਕ ਹੈ, ਚਲੋ ਇਸ ਨੂੰ ਲੈ ਕੇ ਵੀ ਤੁਹਾਡਾ ਕੋਈ ਹੋਰ ਸਵਾਲ ਹੋਵੇ ਤਾਂ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਉਹ ਜਾਣਕਾਰੀ ਲੈ ਸਕਦੇ ਹੋ। ਗੱਲ ਆਪਾਂ ਕੈਨੇਡਾ ਦੀ ਵੀ ਕਰ ਲਈਏ ਜੀ, ਹੁਣ ਕਿਹੜੇ ਇਨਟੇਕ ਤੇ ਸਟੂਡੈਂਟ ਫੋਕਸ ਕਰਨ ਔਰ ਰਿਜ਼ਲਟਸ ਅਗਰ ਆਪਾਂ ਦੇਖੀਏ ਤਾਂ ਰਿਫਿਊਜ਼ਲ ਕੇਸਿਸ ਦੇ ਵੀ ਰਿਜ਼ਲਟਸ ਕਿਸ ਤਰ੍ਹਾਂ ਦੇ ਆ ਰਹੇ ਨੇ ਔਰ ਫਰੈਸ਼ ਸਟੂਡੈਂਟਸ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਫਰੈਸ਼ ਸਟੂਡੈਂਟ ਬੇਸਿਕਲੀ ਜਿਹੜੀ ਗਲਤੀਆਂ ਤੁਹਾਡੇ ਪੀਅਰਸ ਨੇ ਕੀਤੀਆਂ, 3 ਵਾਰ ਰਿਜੈਕਸ਼ਨ ਲੈ ਕੇ ਚੌਥੀ ਵਾਰ ਵੀਜ਼ਾ ਲਿੱਤਾ, ਉਹਨਾਂ ਵਾਸਤੇ ਇਹੀ ਗਾਈਡੈਂਸ ਹੈ, ਆਪਣੇ ਕੋਰਸ ਨੂੰ ਫੜ ਕੇ ਚੱਲੋ। ਕਿਉਂਕਿ ਜੇ 90% ਤੁਹਾਡਾ ਸਕਸੈਸ ਕਿਸੇ ਕੰਟਰੀ ਦਾ ਹੋ ਸਕਦਾ ਹੈ, 10% ਰਿਜੈਕਸ਼ਨ ਫਿਰ ਵੀ ਆਉਂਦਾ, ਦੈਟ ਇਜ਼ ਬਿਕੋਜ਼ ਆਫ ਅ ਕੋਰਸ ਔਰ ਅਨੇਬਲ ਟੂ ਐਕਸਪਲੇਨ ਵਾਈ ਯੂ ਆਰ ਗੋਇੰਗ ਫॉर ਦਿਸ ਪ੍ਰੋਗਰਾਮ। ਤਾਂ ਜਿਹੜੇ ਬੱਚਿਆਂ ਦੇ ਹਜੇ ਰਿਜ਼ਲਟ ਆਉਣ ਵਾਲੇ ਹੈ ਜਾਂ ਜਿਹੜੇ ਆਪਣੇ ਬੱਚੇ ਪਿਛਲੇ ਸਾਲ ਦੇ ਪਾਸ ਆਊਟ ਹੈ, ਰਿਜੈਕਸ਼ਨ ਲੈ ਚੁੱਕੇ ਹੈ, ਉਹਨਾਂ ਲਈ ਥੋੜਾ ਟਾਈਮ ਆਊਟ ਲੈ ਕੇ ਆਪਣੇ ਕੋਰਸ ਕਰਿਕੂਲਮ ਪੜ੍ਹੋ ਐਂਡ ਬਾਕੀ ਚੀਜ਼ਾਂ ਨੂੰ ਧਿਆਨ ਨਾਲ ਦੇਖ ਕੇ ਫਿਰ ਆਪਣਾ ਡਿਸਾਈਡ ਕਰੋ। ਫਿਰ ਚਾਹੇ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ, ਮਾਸਟਰਸ ਕੀਤੀ ਹੈ, ਤੁਸੀਂ ਡਿਪਲੋਮੇ ਕੋਰਸ ਵਾਸਤੇ ਵੀ ਜਾ ਸਕਦੇ ਹੈਗੇ ਹੋ ਐਜ਼ ਲੌਂਗ ਐਜ਼ ਉਹ ਅਪਗ੍ਰੇਡੇਸ਼ਨ ਤੁਸੀਂ ਸਾਬਿਤ ਕਰ ਸਕਦੇ ਹੋ। ਕੈਨੇਡਾ ਨੂੰ ਵੀ ਲੈ ਕੇ ਬਹੁਤ ਸਾਰੇ ਵਹਿਮ ਨੇ ਹਰੇਕ ਸਟੂਡੈਂਟ ਦੀ ਫਰਟਰਨਿਟੀ ਦੇ ਵਿੱਚ। ਹਾਲਾਂਕਿ ਕੈਨੇਡਾ ਪਿਛਲੇ 4 ਸਾਲਾਂ ਤੋਂ ਬਹੁਤ ਟੌਪ ਸਪੀਡ ਤੇ ਚੱਲਦਾ ਪਿਆ, ਫਿਰ ਵੀ ਉਹ ਵਹਿਮ ਖਤਮ ਨਹੀਂ ਹੁੰਦੇ ਪਏ ਕਿਉਂਕਿ ਕੈਨੇਡਾ ਦੇ ਏਜੰਟਸ ਜਿਹੜੇ ਆ ਮਸ਼ਰੂਮ ਵਾਂਗੂ ਉੱਗੇ ਨੇ। ਜਿਹਨੇ ਵੀਜ਼ਾ ਲਵਾਤਾ ਉਹ ਏਜੰਟ ਬਣ ਗਿਆ, ਜਿਹਨੇ ਵੀਜ਼ਾ ਲਵਾਤਾ ਏਜੰਟ ਬਣ ਗਿਆ, ਕਿਉਂਕਿ ਨਾ ਤਾਂ ਉੱਥੇ ਕੋਈ ਸਕਿੱਲ ਚਾਹੀਦਾ, 4 ਕਾਗਜ਼ ਜਾਣੇ ਨੇ, 100 ਐਪਲੀਕੇਸ਼ਨਾਂ ਲਾਵਾਂਗੇ, 50 ਵੀਜ਼ੇ ਤਾਂ ਮੈਂ ਲੈ ਹੀ ਲਊਂਗਾ ਮਾੜੇ ਤੋਂ ਮਾੜੇ ਹਾਲਾਤਾਂ ਵਿੱਚ ਵੀ। ਹੁਣ ਉਹ 50 ਦੀ ਪਬਲਿਸਿਟੀ ਇਹੋ ਜਿਹੀ ਹੁੰਦੀ ਹੈ ਜਿਹੜੀ ਨੈਕਸਟ ਲੈਵਲ ਤੇ ਪਹੁੰਚ ਜਾਂਦੀ ਹੈ। ਛੋਟਾ ਜਿਹਾ ਐਗਜ਼ਾਮਪਲ ਦਿੰਦਾ, ਅੱਜ PT ਦੇ ਉੱਤੇ ਜਿਹੜਾ ਸਕਸੈਸ ਰੇਟ ਹੈ ਇਟਸ ਹਾਰਡਲੀ 10%। ਫਿਰ ਵੀ ਕੋਈ PT ਦਾ ਵੀਜ਼ਾ ਆਉਂਦਾ, ਉਹਨੂੰ ਐਂ ਦਿਖਾਇਆ ਜਾਂਦਾ ਵੀ ਮੈਂ PT ਦਾ ਵੀਜ਼ਾ ਲਵਾਤਾ। ਭਰਾ, ਤੁਸੀਂ ਨਹੀਂ ਲਵਾਇਆ, ਅੰਬੈਸੀ ਨੂੰ ਕੁਝ ਪ੍ਰੋਫਾਈਲ 'ਚ ਦਿਖਿਆ ਹੋਣਾ ਤਾਂ ਲੱਗਿਆ, ਕਿਉਂਕਿ ਬਾਕੀ ਪ੍ਰੋਫਾਈਲਾਂ ਦਾ ਕੋਈ ਨਹੀਂ ਕੁਝ ਕਹਿੰਦਾ ਜਿਹਦੇ 90% ਵੀਜ਼ਾ ਨਹੀਂ ਆਉਂਦੇ ਵੀ ਮੈਂ PT ਦਾ ਵੀਜ਼ਾ ਨਹੀਂ ਲਵਾ ਪਾਇਆ। ਵੈਰਾਜ਼ PT ਨੂੰ ਲੈ ਕੇ ਇੱਕ ਹੋਰ ਮਿਥ ਹੈ, PT ਐਕਸੈਪਟੇਬਲ ਸ਼ੁਰੂ ਹੋ ਚੁੱਕਿਆ ਕਿਉਂਕਿ ਉਹਦੀ ਵੈਬਸਾਈਟ ਤੇ ਆਇਆ, ਉਹਦੀ ਵੈਬਸਾਈਟ ਤੇ PT ਐਸੈਂਸ਼ੀਅਲ ਆਇਆ, ਨਾ ਕਿ PT ਅਕੈਡਮਿਕ ਆਇਆ। ਦੋਨੋਂ ਵੱਖਰੇ ਵੱਖਰੇ ਟੈਸਟ ਹੈ। PT ਐਸੈਂਸ਼ੀਅਲ ਜਿਹੜੀ ਹੈ ਉਹ PR ਵਾਸਤੇ ਸ਼ੁਰੂ ਕਰਨਗੇ, 100% ਕਰਨਗੇ ਬਾਈ ਐਂਡ ਆਫ ਦਿਸ ਈਅਰ, ਜੋ ਉਹਨਾਂ ਦੀ ਵੈਬਸਾਈਟ ਕਹਿੰਦੀ ਪਈ ਹੈ। ਪਰ PT ਦੀ ਕਿੰਨੀ ਕੁ ਮਾਨਤਾ ਹੈਗੀ ਆ ਸਟੂਡੈਂਟ ਵੀਜ਼ਾ ਵਾਸਤੇ, ਉਹ ਗਵਰਨਮੈਂਟ ਸ਼ੁਰੂ ਤੋਂ ਹੀ ਜਿਹੜਾ ਮੈਂ ਆਪਣਾ ਹੋਮਵਰਕ ਦੇਖਾਂ ਐਂਟੀ ਰਹੀ ਹੈ PT ਦੇ, ਕਿਉਂਕਿ ਉਹ ਐਗਜ਼ਾਮੀਨੇਸ਼ਨ ਕੰਡੀਸ਼ਨ ਦੇ ਵਿੱਚ ਡਿਲੀਵਰ ਨਹੀਂ ਹੁੰਦਾ। PT ਦੇ ਵਿੱਚ ਤੁਹਾਡੇ ਕੋਲ 60 ਸਕੋਰ ਹੋ ਸਕਦੇ ਹੈ ਸਪੀਕਿੰਗ ਦੇ ਵਿੱਚ, ਪਰ ਤੁਸੀਂ 2 ਲਾਈਨਾਂ ਨਹੀਂ ਇੰਗਲਿਸ਼ ਦੀਆਂ ਬੋਲ ਪਾਓਗੇ ਜੇ ਇੰਟਰਵਿਊ ਆ ਜਾਂਦਾ ਹੈ। ਇਹ ਹਾਈ ਕਮਿਸ਼ਨ ਦਾ ਇੱਕ ਮੰਨਣਾ ਹੈਗਾ ਜੇ ਇੰਟਰਵਿਊ ਸ਼ੁਰੂ ਹੋ ਗਏ ਤਾਂ। ਹੁਣ ਇਹਨੂੰ ਮੈਂ ਰਿਲੇਟ ਕਿਵੇਂ ਕਰਦਾ ਉਹਨਾਂ ਬੱਚਿਆਂ ਦੇ ਨਾਲ ਜਿਨ੍ਹਾਂ ਦੇ ਪਿੱਛੇ ਇੰਟਰਵਿਊ ਆਉਣੇ ਸ਼ੁਰੂ ਹੋਏ ਸੀਗੇ। ਇੰਟਰਵਿਊ ਦੇ ਵਿੱਚ ਕੋਈ ਖਾਸ ਚੀਜ਼ਾਂ ਨਹੀਂ ਪੁੱਛੀਆਂ ਗਈਆਂ, ਸਿੰਪਲ ਕਮਿਊਨੀਕੇਸ਼ਨ, ਕੀ ਕੋਰਸ ਕਰਨ ਚੱਲੇ ਹੋ, ਕੀ ਕਰੋਗੇ, ਜੋ ਹਰੇਕ ਕੰਟਰੀ ਇੰਟਰਵਿਊ 'ਚ ਪੁੱਛਦੀ ਹੈ। ਇੰਟੈਂਸ਼ਨ ਕੀ ਸੀ, ਜਿਹੜਾ ਆਲ ਸਕੋਰ ਹੈਗਾ ਉਸ ਲੈਵਲ ਦੀ ਇੰਗਲਿਸ਼ ਵੀ ਹੈਗੀ ਹੈ ਕਿ ਨਹੀਂ ਹੈਗੀ ਹੈ, ਕਿਉਂਕਿ ਇਹ ਫੀਡਬੈਕ ਇਹਨਾਂ ਨੂੰ ਉੱਥੋਂ ਦੇ 에ਅਰਪੋਰਟਸ ਤੋਂ ਆਉਂਦਾ ਹੈ, ਉਹਨਾਂ ਵੀਜ਼ਾ ਆਫਿਸਰਸ ਤੋਂ ਆਉਂਦਾ ਹੈ ਜਿਹੜੇ ਕਿ ਉਸ ਬੱਚੇ ਨੂੰ ਗੱਲ ਕਰਦੇ ਆ ਤੇ ਉਹ ਸੌਰੀ ਜਾਂ ਬਲੈਂਕ ਲੁੱਕ ਦੇ ਨਾਲ ਹੀ ਵੀਜ਼ਾ ਆਫਿਸਰ ਕਰਨੀ ਦੇਖੀ ਜਾਂਦਾ। ਤਾਂ ਆਪਣੀ ਪ੍ਰੋਫਾਈਲ ਨੂੰ ਐਕਸੈਪਟ ਕਰਕੇ ਅੱਗੇ ਵਧੋ, ਕੋਰਸ ਨੂੰ ਫੜ ਕੇ ਅੱਗੇ ਵਧੋ, ਤੇ ਕੈਨੇਡਾ ਕਰਨਾ ਤਾਂ ਆਲਸ ਦੇ ਨਾਲ ਹੀ ਜਾਓ। ਬਿਲਕੁਲ, ਤੁਸੀਂ ਇਹ ਸਹੀ ਪੁਆਇੰਟ ਕਿਹਾ, ਕਿਉਂਕਿ ਜ਼ਿਆਦਾਤਰ ਸਟੂਡੈਂਟ ਸੋਚਦੇ ਆ PT ਥੋੜੀ ਚਲੋ ਈਜ਼ੀ ਹੈ, ਅਸੀਂ PT ਕਰ ਲੈਂਦੇ ਆ ਤੇ ਉਸ ਦੇ ਨਾਲ ਅਸੀਂ ਅਪਲਾਈ ਕਰਾਂਗੇ, ਤੇ ਬਾਅਦ ਵਿੱਚ ਜਦੋਂ ਪਤਾ ਚੱਲਦਾ ਹੈ ਕਿ PT ਦੇ ਨਾਲ ਕਿੰਨਾ ਮੁਸ਼ਕਿਲ ਹੈ, ਫਿਰ ਸੋਚਦੇ ਨੇ ਕਿ ਅਸੀਂ ਪਹਿਲਾਂ IELTS ਹੀ ਕਿਉਂ ਨਹੀਂ ਕੀਤੀ। ਸੋ ਇਹ ਟਾਈਮ ਜਿਨ੍ਹਾਂ ਨੇ ਹਲੇ ਡਿਸੀਜਨ ਲੈਣਾ ਕਿ ਅਸੀਂ IELTS ਕਰੀਏ ਜਾਂ PT ਕਰੀਏ, IELTS ਉੱਪਰ ਤੁਸੀਂ ਫੋਕਸ ਕਰਨਾ, ਚੰਗਾ IELTS ਸਕੋਰ, ਬੈਂਡ ਸਕੋਰ ਤੁਸੀਂ ਲੈ ਕੇ ਆਉਣਾ ਤਾਂ ਕਿ ਤੁਹਾਡੀ ਪ੍ਰੋਫਾਈਲ SDS ਕੈਟੇਗਰੀ ਵਿੱਚ ਹੀ ਰਹੇ ਤੇ ਵਧੀਆ ਢੰਗ ਨਾਲ ਤੁਹਾਡਾ ਸਾਰਾ ਪ੍ਰੋਸੈਸ ਹੋ ਸਕੇ। ਤੇ ਆਪਾਂ ਨੌਨ SDS ਦਾ ਹਲੇ ਵੀ ਮੰਨ ਕੇ ਚੱਲੀਏ ਕਿ ਜ਼ਿਆਦਾ ਵਧੀਆ ਆਪਾਂ ਰਿਜ਼ਲਟਸ ਨਹੀਂ ਮੰਨ ਸਕਦੇ। ਐਬਸੋਲੂਟਲੀ ਜੀ, ਨॉन एसडीएस ਬੜਾ ਸਿੰਪਲ ਹੈ। ਜਦ ਮੇਰੇ ਕੋਲ एसडीएस ਦੀ ਹੀ ਮੇਰੇ ਟਾਰਗੇਟ ਤੋਂ 4 ਗੁਣਾ ਜ਼ਿਆਦਾ ਐਪਲੀਕੇਸ਼ਨ ਆਂਦੀ ਪਈ ਹੈ, ਮੈਂ नॉन एसडीएस ਵਾਲੇ ਪਾਸੇ ਦੇਖਾਂਗਾ ਹੀ ਕਿਉਂ। ਜੇ ਦੇਖਾਂਗਾ ਤਾਂ ਉਹ ਸੈਕਟਰ ਦੇਖਾਂਗਾ ਜਿਹੜਾ ਬੱਚਾ ਯੂਨੀਵਰਸਿਟੀ ਜਾਂਦਾ ਪਿਆ ਹੈ
ਅੱਛੇ ਕੋਰਸਿਸ ਵਾਸਤੇ, ਕਿਉਂਕਿ ਹਜੇ ਵੀ ਯੂਨੀਵਰਸਿਟੀ ਜਾਣ ਲਈ ਜਿਹੜੇ ਆਪਾਂ ਕੈਨੇਡੀਅਨ ਯੂਨੀਵਰਸਿਟੀਜ਼ ਦੀ ਗੱਲ ਕਰਦੇ ਹਾਂ, ਕੁਝ ਚੁਣਿੰਦਾ ਕੋਰਸਿਸ ਨੂੰ ਛੱਡ ਕੇ ਤੁਹਾਨੂੰ ਨਾ ਤਾਂ ਆਇਲਸ ਦੇਣਾ ਪੈਂਦਾ ਨਾ ਪੀਟੀ ਦੇਣਾ ਪੈਂਦਾ, ਜੇ ਤੁਹਾਡੀ ਪੜ੍ਹਾਈ ਇੰਗਲਿਸ਼ ਮੀਡੀਅਮ 'ਚ ਹੋ ਰੱਖੀ ਹੈ ਸਾਰੀ ਦੀ ਸਾਰੀ। ਹੁਣ ਜੇ ਇਹੋ ਜਿਹਾ ਬੱਚਾ ਮਿਸਅੰਡਰਸਟੈਂਡ ਕਰ ਲੈਂਦਾ ਵੀ ਇਹ ਤਾਂ ਵਿਦਆਊਟ ਆਇਲਸ ਹੋ ਰਿਹਾ ਤਾਂ ਪੀਟੀ ਵੀ ਹੋ ਗਿਆ ਜਾਂ ਟੋਫਲ ਵੀ ਹੋ ਗਿਆ, ਉਹ ਵੈਸੇ ਨॉन SGS ਆ ਗਿਆ, ਉਹ ਅਪਲਾਈ ਕਰਦਾ ਡਿਪਲੋਮਿਆਂ ਵਾਲੇ ਕਾਲਜਾਂ ਦੇ ਵਿੱਚ, ਕੰਪੇਅਰ ਜਾਂ ਕੰਪੀਟੀਸ਼ਨ ਲੜਦਾ ਆਇਲਸ ਵਾਲੇ ਸਟਰੀਮ ਦੇ ਨਾਲ। ਜੇ ਉੱਥੇ ਇੰਟੂ 4 ਐਪਲੀਕੇਸ਼ਨਾਂ ਗਈਆਂ ਹੋਈਆਂ ਨੇ ਨਾ ਟਾਰਗੇਟ ਤੋਂ, ਤਾਂ ਤੁਹਾਡੀ ਵਾਰੀ ਨਹੀਂ ਆਣੀ, ਇਹ ਪੱਕਾ ਤੈਅ ਹੈ। ਉਹ 100 'ਚੋਂ 2-4 ਦੇ ਕੇ ਦੇ ਆਰ ਜਸਟ ਗਿਵਿੰਗ ਦਾ ਇੰਪ੍ਰੈਸ਼ਨ, ਜਿਹੜਾ ਮੇਰਾ ਫੀਡਬੈਕ ਹੈ ਦੈਟ ਅਸੀਂ ਪੀਟੀ ਨੂੰ ਓਕੇ ਦੇਖਦੇ ਹਾਂ, ਓਵਰਆਲ ਪ੍ਰੋਫਾਈਲ ਹੈ ਜੋ ਫੈਕਟ ਵੀ ਹੈਗਾ, ਬਟ ਕਿਤੇ ਨਾ ਕਿਤੇ ਉਹ ਝਟਕਾ ਹੈਗਾ ਹਰੇਕ ਉਹ ਸਟੂਡੈਂਟ ਵਾਸਤੇ ਜਿਹਨੇ ਪੀਟੀ ਤਾਂ ਫੜਿਆ ਕਿਉਂਕਿ ਆਇਲਸ ਸਕੋਰ ਨਹੀਂ ਆਉਂਦਾ ਪਏ ਸੀਗੇ। ਇੱਕ ਸਿੰਪਲ ਜੀ ਸੁਜੈਸ਼ਨ, ਜੇ ਤੁਸੀਂ ਪੀਟੀ ਵਾਲੇ ਬੱਚੇ ਹੋ, ਕੈਨੇਡਾ ਦੇ ਨਾਲ UK ਵੀ ਅਪਲਾਈ ਕਰਨਾ ਸ਼ੁਰੂ ਕਰ ਦਿਓ ਤਾਂ ਕਿ ਤੁਹਾਡਾ ਜਿਹੜਾ ਇਨਟੇਕ ਆ ਉਹ ਮਿਸ ਨਾ ਹੋਵੇ ਤੇ ਪੀਟੀ ਦੀ ਵੈਲੀਡੇਸ਼ਨ ਦੇ ਵਿੱਚ ਹੀ ਤੁਹਾਡਾ ਜਿਹੜਾ ਹੈ ਉਹ ਡਿਸੀਜਨ ਆ ਜਾਵੇ ਕਿਸੇ ਵੀ ਕੰਟਰੀ ਦਾ ਵੀਜ਼ਾ। ਜੀ ਠੀਕ ਹੈ। ਹੁਣ ਫਿਲਹਾਲ ਕਿਹੜੇ ਇਨਟੇਕ ਲਈ ਤੁਸੀਂ ਸਟੂਡੈਂਟਸ ਨੂੰ ਸੁਜੈਸਟ ਕਰਦੇ ਹੋ ਕੈਨੇਡਾ ਲਈ? ਦੇਖੋ, ਸੈਪਟੈਂਬਰ ਇਨਟੇਕ ਇਜ਼ ਸਟਿਲ ਓਪਨ ਟੂ ਲੋਟ ਆਫ ਕਾਲਜਸ, ਅਦਰਵਾਈਜ਼ Jan-Feb ਵੀ ਸ਼ੁਰੂ ਹੋ ਚੁੱਕਿਆ ਹੈਗਾ, ਬਟ ਇੱਥੇ ਸਪੈਸ਼ਲ ਜਿਹੜੀ ਚੀਜ਼ ਹੈਗੀ ਹੈ, ਬਹੁਤ ਸਾਰਾ ਬੱਚਾ ਸਾਡੇ ਕੋਲ ਆਉਂਦਾ 3-3 4-4 ਵਾਰ ਰਿਫਿਊਜ਼ ਹੋ ਕੇ ਦੈਟ ਅਸੀਂ ਇੰਨਾ ਪੈਸਾ ਵੇਸਟ ਕਰਤਾ, ਇੰਨਾ ਲਾਸ ਹੋ ਕੇ ਆਇਆ, ਇੰਨੇ ਕੱਟੇ ਗਏ ਐਂਡ ਸੋ ਔਨ। ਤਾਂ ਉਹ ਬੱਚੇ ਸਾਡੇ ESS ਗਲੋਬਲ ਦੇ ਵਿੱਚ ਫੀਸ ਆਫਟਰ ਵੀਜ਼ਾ ਦੇ ਵੀ ਆਪਸ਼ਨ ਡਿਸਕਸ ਕਰ ਸਕਦੇ ਹਾਂ ਕਾਉਂਸਲਰ ਦੇ ਨਾਲ। ਲੈਣਾ ਨਾ ਲੈਣਾ ਤੁਹਾਡੀ ਆਪ ਦੀ ਆਪਸ਼ਨ ਹੈ, ਕਿਉਂਕਿ ਉਹ ਜਿਹੜਾ ਕ੍ਰਾਈਟੇਰੀਆ ਕੱਢਿਆ ਗਿਆ ਹੈ ਉਹਨਾਂ ਬੱਚਿਆਂ ਵਾਸਤੇ ਹੈ ਜਿਹੜੇ ਕਿ ਪਹਿਲਾਂ ਇਨਵੈਸਟਮੈਂਟ ਕਰਨ ਤੋਂ ਡਰਦੇ ਨੇ ਵੀ ਪਤਾ ਨਹੀਂ ਵੀਜ਼ਾ ਆਣਾ ਜਾਂ ਨਹੀਂ ਆਣਾ। ਐਂਡ ਸੈਕੰਡਲੀ ਜਿਹੜੇ ਬੱਚੇ ਆਲਰੇਡੀ 3-4 ਵਾਰ ਝਟਕਾ ਸਹਿ ਚੁੱਕੇ ਨੇ ਵੀ ਇੰਨੇ ਪੈਸੇ ਵੇਸਟ ਹੋ ਗਏ, 3-4 ਲੱਖ ਰੁਪਇਆ ਵੇਸਟ ਵੀ ਹੋ ਗਿਆ ਤੇ ਬੈਠੇ ਵੀ ਹਜੇ ਇੱਥੇ ਹੀ ਹੈ, ਤੇ ਹੁਣ ਭਰੋਸਾ ਕਰੀਏ ਤਾਂ ਕਿਵੇਂ ਕਰੀਏ, ਕਿਵੇਂ ਕੰਸਲਟੈਂਟ ਦੇ ਜੋ ਕਹੇਗਾ ਤੁਹਾਡਾ ਕੋਰਸ ਗਲਤ ਹੈ, ਤੁਹਾਡਾ SOP ਨਹੀਂ ਠੀਕ ਹੈ, ਕਿਉਂਕਿ ਨੁਕਸ ਕੱਢਣ ਲਈ ਅਸੀਂ ਬਹੁਤ ਕੁਝ ਕਹਿੰਦੇ ਐਜ਼ ਅ ਕੰਸਲਟੈਂਟ, ਤਾਂ ਉਹਨਾਂ ਵਾਸਤੇ ਫੀਸ ਆਫਟਰ ਵੀਜ਼ਾ ਦੀ ਆਪਸ਼ਨ ਅਵੇਲੇਬਲ ਹੈ ਕੈਨੇਡਾ ਲਈ। ਬਹੁਤ ਬਹੁਤ ਥੈਂਕਸ ਸਰ। ਥੈਂਕ ਯੂ ਜੀ, ਥੈਂਕ ਯੂ UK ਵੈਰੀ ਔਰ ਮਚ। ਕੈਨੇਡਾ ਬਾਰੇ ਬਹੁਤ ਚੀਜ਼ਾਂ ਕਲੀਅਰ ਕੀਤੀਆਂ ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ। ਕੀ ਤੁਸੀਂ ਆਪਣੀ ਕੈਨੇਡਾ ਜਾਣ ਵਾਸਤੇ ਪਰਮਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਲਗਾਈ ਹੋਈ ਹੈ? ਕੀ ਤੁਸੀਂ ਕੈਨੇਡਾ ਪੱਕੇ ਤੌਰ ਤੇ ਜਾਣਾ ਚਾਹੋ? ਅੱਜ 6 ਮਹੀਨੇ ਸਾਲ ਹੋ ਚੁੱਕਾ ਹੈ, CRS ਸਕੋਰ ਨਹੀਂ ਆ ਰਿਹਾ ਜੋ ਤੁਹਾਡੀ ਪ੍ਰੋਫਾਈਲ ਦਾ ਹੈ, ਸਕੋਰ ਬਹੁਤ ਜ਼ਿਆਦਾ ਹਾਈ ਆ ਰਿਹਾ। ਕਿਸ ਤਰੀਕੇ ਦੇ ਨਾਲ CRS ਸਕੋਰ ਨੂੰ ਇੰਪਰੂਵ ਕਰੀਏ? ਹੁਣੇ ਫੋਨ ਚੱਕੋ, ਕਾਲ ਕਰੋ ਤੇ ਸੈਮੀਨਾਰ ਦਾ ਹਿੱਸਾ ਬਣੋ।